ਪੰਜਾਬ ਮੇਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਟੂਡੀਓ ਪਹੁੰਚ ਚੁੱਕੇ ਆ, ਉਹਨਾਂ ਨੂੰ ਜੀ ਆਇਆਂ ਕਹੀਏ। ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਤੀ ਸਾਹਿਬ, ਅੱਜ ਕ੍ਰਿਸਮਸ ਹੈ। ਪਹਿਲਾਂ ਤਾਂ ਸਾਰੀ ਦੁਨੀਆ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ। ਦੂਜਾ ਸਾਡੇ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਆ, ਅਤੇ ਤੀਜਾ 25 ਦਸੰਬਰ ਇੱਕ ਮਹੀਨਾ ਪੂਰਾ ਹੋ ਗਿਆ ਸਾਡੇ ਕਿਸਾਨ ਵੀਰਾਂ ਨੂੰ ਘਰਾਂ ਤੋਂ ਤੁਰਿਆਂ, ਇਸ ਠੰਡੀਆਂ ਕਕਰੀਲੀਆਂ ਰਾਤਾਂ 'ਚ ਸੜਕਾਂ 'ਤੇ ਤੁਰਿਆਂ ਫਿਰਦਿਆਂ। ਜੀ, ਕਿਵੇਂ ਦੇਖਦੇ? 26 ਨਵੰਬਰ ਨੂੰ ਸੰਵਿਧਾਨ ਦਿਵਸ ਵਾਲੇ ਦਿਨ ਦਿੱਲੀ ਨੂੰ ਜਨਤੀ ਧਿਰਾਂ ਨੇ ਚਾਲੇ ਪਾਏ ਸੀ ਜੀ। ਹਰਿਆਣਾ ਸਰਕਾਰ ਨੇ, ਮਨੋਹਰ ਲਾਲ ਖੱਟਰ ਹੋਰਾਂ ਦੀ ਸਰਕਾਰ ਨੇ ਪੂਰਾ ਟਿੱਲ ਲਾਇਆ ਉਹਨਾਂ ਲੋਕਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਣ ਲਈ। ਜੀ, ਸੜਕਾਂ ਪੁੱਟੀਆਂ, ਡੂੰਘੇ ਡੂੰਘੇ ਟੋਏ ਪੁੱਟੇ, ਬੁਲਡੋਜ਼ਰ ਲਿਆਣ ਕੇ ਖੜੇ ਕੀਤੇ, ਪਾਣੀ ਦੀਆਂ ਵਾਛੜਾਂ ਮਾਰੀਆਂ, ਰੋਕਾਂ ਲਾਈਆਂ, ਵੱਡੇ ਪੱਥਰ ਲਿਆਣ ਕੇ ਰੱਖੇ। ਬਿਲਕੁਲ। ਕਿਰਤੀਆਂ ਨੇ ਉਹ ਪੱਥਰ ਚੁੱਕ ਚੁੱਕ ਕੇ ਘੱਗਰ ਦਰਿਆ 'ਚ ਵੀ ਮਾਰੇ। ਜੀ, ਉਹ ਜਿਹੜੇ ਡੂੰਘੇ ਟੋਏ ਪੁੱਟੇ ਸੀ ਉਹ ਵੀ ਪੂਰ ਕੇ ਉੱਥੋਂ ਦੀ ਟਰੈਕਟਰ ਲੰਘਾਏ। ਹਰਿਆਣਾ ਦੇ ਕਿਸਾਨਾਂ ਨੇ ਬਿਲਕੁਲ ਆਪਣੇ ਖੇਤ ਵਾਹਤੇ ਵੀ ਜੇ ਸਰਕਾਰ ਨੇ ਸ਼ਾਹਰਾਹ ਰੋਕੀ ਆ ਜਾਂ ਕੌਮੀ ਸ਼ਾਹਰਾਹ ਜਿਹੜੇ ਰੋਕੇ ਨੇ, ਨੈਸ਼ਨਲ ਹਾਈਵੇਜ਼ ਰੋਕੇ ਆ ਜਾਂ GT ਰੋਡ ਰੋਕੀ ਆ, ਅਤੇ ਤੁਸੀਂ ਸਾਡੇ ਖੇਤਾਂ 'ਚ ਹੀ ਲੰਘੋ। ਉਸ ਪਿੱਛੋਂ ਲਗਾਤਾਰ ਜਿਹੜੇ ਆ ਕਾਫਲੇ ਵੱਜ ਕੇ ਪੰਜਾਬ ਤੋਂ, ਹਰਿਆਣੇ ਤੋਂ, ਰਾਜਸਥਾਨ ਤੋਂ, ਉੱਤਰੀ ਭਾਰਤ ਸਾਰਾ, ਹੁਣ ਹੌਲੀ ਹੌਲੀ ਬਾਕੀ ਭਾਰਤ ਦੇ ਕਿਸਾਨ ਵੀ ਉਹਦੇ ਨਾਲ ਜੁੜਦੇ ਜਾ ਰਹੇ ਆ ਜੀ, ਜਿਨ੍ਹਾਂ ਵਿੱਚ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਦੇ ਕਿਸਾਨ ਨੇ, ਝਾਰਖੰਡ ਤੱਕ ਦੇ ਕਿਸਾਨ ਜਿਹੜੇ ਆ ਉਹ ਉੱਥੇ ਆਣ ਕੇ ਜਿਹੜੇ ਆ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਆ। ਬਿਲਕੁਲ। ਹੌਲੀ ਹੌਲੀ ਹਰਿਆਣੇ ਦੀਆਂ ਖਾਪ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਅੰਦੋਲਨ ਦੇ ਹੱਕ ਦੇ ਵਿੱਚ। ਬਿਲਕੁਲ। ਉੱਤਰਾਖੰਡ ਦੇ ਕਿਸਾਨ ਤੁਰੇ ਹੋਏ ਆ ਜੀ। ਅੱਜ ਜਿਹੜੇ ਯੂਪੀ ਉੱਤਰਾਖੰਡ ਦੇ ਕਿਸਾਨ ਆ ਉਹਨਾਂ ਨੂੰ ਸਰਕਾਰ ਰਾਹ ਦੇ ਵਿੱਚ ਰੋਕ ਰਹੀ ਹੈ। ਅੱਛਾ, ਜਿੱਦਾਂ ਇੱਥੇ ਇਹਨਾਂ ਨੇ ਖਨੌਰੀ ਬਾਰਡਰ ਤੇ ਕੀਤਾ ਜਾਂ ਦੂਸਰੇ ਤੇ ਕੀਤਾ ਆਪਣੇ ਸ਼ੰਭੂ ਤੇ ਜੀ, ਉੱਦਾਂ ਹੀ ਇਹੋ ਯੂਪੀ ਉੱਤਰਾਖੰਡ ਜਿਹੜਾ ਬਾਰਡਰ ਆ ਨਾ, ਉੱਥੇ ਲਾ ਕੇ ਖੜੇ ਆ। ਤੇ ਜੋ ਹੁਣ ਮੈਂ ਦੇਖ ਕੇ ਆਇਆ ਤਾਜ਼ਾ ਸਥਿਤੀ ਉਹ ਇਹ ਸੀ ਵੀ ਉਧਰੋਂ ਉਹ ਵੱਧ ਰਹੇ ਆ, ਇਧਰੋਂ ਯੂਪੀ ਦੇ ਕਿਸਾਨ ਉਹਨਾਂ ਨੂੰ ਲੈਣ 'ਚ ਲਗਾਏ ਆ ਜੀ। ਬਿਲਕੁਲ। ਪੁਲਿਸ ਸੈਂਟਰ 'ਚ ਆ। ਹਾਂਜੀ, ਤੇ ਪੁਲਿਸ ਉਹਨਾਂ ਦੇ ਦਰਮਿਆਨ ਆ, ਰੋਕੀ ਜਾ ਰਹੀ ਆ। ਪਿਛਲੇ ਦਿਨੀ ਟਰੈਕਟਰ ਖੋਹੇ ਆ ਜੀ, ਉੱਥੇ ਭੁੱਖ ਹੜਤਾਲ ਵੀ ਕੀਤੀ ਉਹਨਾਂ ਨੇ। ਔਰ ਹੋਰ ਤਾਂ ਹੋਰ ਤੁਸੀਂ ਦੇਖੋ ਵੀ ਮਹਾਰਾਸ਼ਟਰ ਤੋਂ ਕਿਸਾਨਾਂ ਦਾ ਵੱਡਾ ਕਾਫਲਾ, ਜਿਹਦੇ ਵਿੱਚ ਲੱਖਾਂ ਕਿਸਾਨ ਆ, ਉਹ ਦਿੱਲੀ ਵੱਲ ਨੂੰ ਵੱਧ ਰਹੇ ਆ ਜੀ। ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਕਦੀ ਮੁੰਬਈ ਨੂੰ ਘੇਰਾ ਪਾਇਆ ਸੀ। ਬਿਲਕੁਲ ਸਹੀ ਗੱਲ ਹੈ। ਫਿਰ ਤੁਸੀਂ ਦਿੱਲੀ ਦਾ ਜਿਹੜਾ ਆ ਉਹ ਸੀਨ ਦੇਖੋ ਪਈ। ਪਰਸੋਂ ਮਰਹੂਮ ਪ੍ਰਧਾਨ ਮੰਤਰੀ ਚਰਨ ਸਿੰਘ ਹੋਰਾਂ ਦਾ ਜਨਮ ਦਿਹਾੜਾ ਸੀ। ਬਿਲਕੁਲ। ਜਿਹਨੂੰ ਪੂਰੇ ਦੇਸ਼ ਦੇ ਕਿਰਤੀਆਂ ਨੇ ਕਿਸਾਨ ਦਿਵਸ ਵਜੋਂ ਮਨਾਇਆ। ਇੱਕ ਡੰਗ ਦੀ ਰੋਟੀ ਨਹੀਂ ਖਾਧੀ। ਨਾਲ ਦੀ ਨਾਲ ਜਿਹੜੀ ਦਿੱਲੀ ਹਾਈ ਕੋਰਟ ਆ, ਉੱਥੋਂ ਦੀਆਂ ਮਹਿਲਾ ਔਰਤਾਂ ਨੇ ਵੀ ਸੰਕੇਤਕ ਤੌਰ ਤੇ ਇੱਕ ਡੰਗ ਦੀ ਰੋਟੀ ਛੱਡੀ। ਬਿਲਕੁਲ। ਉਹਨਾਂ ਨੇ ਰੋਟੀ ਨਹੀਂ ਖਾਧੀ ਜੀ ਜੀ, ਠੀਕ ਹੈ। ਔਰ ਇਕਜੁੱਟਤਾ ਦਾ ਪ੍ਰਗਟਾਵਾ ਕਰਦੀਆਂ ਹੈਗੀਆਂ ਵੀ ਅਸੀਂ ਤੁਹਾਡੇ ਨਾਲ ਆ ਇਸ ਅੰਦੋਲਨ ਦੇ। ਮਮਤਾ ਬੈਨਰਜੀ ਦੂਜੀ ਵਾਰ ਗੱਲ ਕਰਦੀ ਆ, ਇੱਕ ਵਾਰ ਪਹਿਲਾਂ, ਦੂਸਰੀ ਵਾਰ ਫਿਰ ਪਰਸੋਂ ਉਹਨੇ ਕਿਸਾਨਾਂ ਦੇ ਨਾਲ ਗੱਲ ਕਰਦੀ ਆ ਵੀ ਮੈਂ ਤੁਹਾਡੇ ਨਾਲ ਆ। ਜੋ ਕੇਂਦਰ ਸਰਕਾਰ ਇਸ ਵੇਲੇ ਕਰ ਰਹੀ ਹੈ ਇਹ ਬਿਲਕੁਲ ਗਲਤ ਹੋ ਰਿਹਾ ਹੈਗਾ। ਇਹਦੇ ਨਾਲ ਨਾਲ ਹੋਰ ਧਿਰਾਂ ਜਿਹੜੀਆਂ ਆ ਹੌਲੀ ਹੌਲੀ ਕਿਸਾਨ ਅੰਦੋਲਨ ਦੇ ਨਾਲ, ਸੱਜੀਆਂ ਖੱਬੀਆਂ ਸਭ ਧਿਰਾਂ ਜਿਹੜੀਆਂ ਆ ਉਹ ਹਮਾਇਤ ਕਰ ਰਹੀਆਂ ਔਰ ਕਿਸਾਨਾਂ ਦੇ ਅੰਦੋਲਨ ਦੇ ਨਾਲ ਹੈਗੀਆਂ। ਪਰ ਜਿਹੜਾ ਸਰਕਾਰ ਆ ਉਹ ਇੱਕ ਬੰਨੇ ਗੱਲਬਾਤ, ਦੂਜੇ ਬੰਨੇ ਜਿਹੜੇ ਆ ਕਾਨੂੰਨ ਉਹਨਾਂ ਦੇ ਹੱਕ 'ਚ ਪ੍ਰਚਾਰ, ਅਤੇ ਅਜੇ ਤੱਕ ਇਹੀ ਸਮਝਾਈ ਜਾਂਦੇ ਆ ਵੀ ਭਾਈ ਇੱਕ ਜਿਹੜੇ ਕਾਨੂੰਨ ਨੇ ਨਵੇਂ ਖੇਤੀ ਕਾਨੂੰਨ, ਇਹ ਤੁਹਾਡੇ ਲਈ ਲਾਹੇਵੰਦ ਹੈਗੇ ਆ। ਹੁਣ ਜਿਹੜੀ ਸਭ ਤੋਂ ਲੇਟੈਸਟ ਸਥਿਤੀ ਉਹ ਆ ਵੀ ਕਿਸਾਨਾਂ ਨੇ ਜਿਹੜਾ ਸਰਕਾਰ ਦੀ ਚਿੱਠੀ ਸੀ ਉਹਦਾ ਜਵਾਬ ਦਿੱਤਾ ਸੀ, ਅਤੇ ਉਹਦੇ ਜਵਾਬ 'ਚ ਹੁਣ ਫਿਰ ਦੂਜੀ ਚਿੱਠੀ ਆ ਗਈ। ਹਾਂਜੀ, ਵੀ ਭਾਈ ਮੀਟਿੰਗ ਦਾ ਸਮਾਂ ਅਤੇ ਸਥਾਨ ਤੁਸੀਂ ਮਿੱਥੋ, ਤਰੀਕ ਜਿਹੜੀ ਆ ਉਹ ਤੁਸੀਂ ਮਿੱਥੋ ਜੀ। ਸੋ ਹੁਣ ਕਿਸਾਨ ਤਾਂ ਪਹਿਲੇ ਦਿਨ ਤੋਂ ਹੀ ਇਹ ਕਹਿੰਦੇ ਆਏ ਆ ਵੀ ਇਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਕੁਝ ਵੀ ਸਾਨੂੰ ਮਨਜ਼ੂਰ ਨਹੀਂ ਜੀ। ਤੇ ਉਹਦੇ ਨਾਲ ਨਾਲ ਹੁਣ ਵਿਰੋਧ ਜਿਹੜਾ ਆ ਉਹ ਹੋਰ ਜਿਹੜਾ ਆ ਵੱਧਦਾ ਜਾ ਰਿਹਾ। ਸਤੀ ਸਾਹਿਬ, ਇਹ ਜਿਹੜੀ ਦੂਜੀ ਚਿੱਠੀ ਆਈ ਹੈ ਇਹਦੇ ਬਾਰੇ ਮੈਂ ਗੱਲ ਦੱਸਦਾ। ਮੈਂ ਆਪਣੀ ਜ਼ਿੰਦਗੀ ਦਾ ਹੀ ਦੱਸ ਦਿੰਦਾ ਜੀ। ਵੀ ਮੈਂ ਜਦੋਂ ਛੋਟਾ ਜਿਹਾ ਸੀ ਨਾ ਜੀ, ਤੇ ਖੇਤਾਂ 'ਚੋਂ ਕੰਮ ਕਰਕੇ ਕਿਸੇ ਨੇ ਆਉਣਾ ਤੇ ਨਿਆਣੇ ਨੂੰ ਆਦਤ ਹੁੰਦੀ ਉਹਨੂੰ ਛੇੜਨ ਦੀ,
ਤੇ ਮੈਨੂੰ ਨਾ ਇੱਕ ਦੋ ਵਾਰੀ ਝਿੜਕੇ ਪਏ ਇਸ ਗੱਲ ਤੋਂ, ਕਹਿੰਦੇ ਜਿਹੜਾ ਬੰਦਾ ਸਤਿਆ ਖੇਤਾਂ 'ਚ ਆਇਆ ਸਾਰਾ ਦਿਨ ਕੰਮ ਕਰਕੇ ਉਹਨੂੰ ਸਤਾਈ ਦਾ ਉਹਨੂੰ ਜ਼ਿਆਦਾ ਤੰਗ ਨਹੀਂ ਕਰੀਦਾ, ਇਹਨੂੰ ਉਹ ਫਿਰ ਚੰਡ ਮਾਰੂਗਾ। ਇਹ ਦੂਜੀ ਚਿੱਠੀ ਸਤੇ ਹੋਏ ਕਿਸਾਨ ਜਿਹੜੇ ਬਾਰਡਰ ਤੇ ਬੈਠੇ ਆ, ਇਹ ਉਹਨਾਂ ਨਾਲ ਕੋਝਾ ਮਜ਼ਾਕ ਨਹੀਂ ਕੀਤਾ ਇਸ ਸਰਕਾਰ ਨੇ। ਔਰ ਇਦਾਂ ਦਾ ਕੋਝਾ ਮਜ਼ਾਕ ਮੈਨੂੰ ਲੱਗਦਾ ਨਹੀਂ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਹ ਤੋਂ ਬਿਨਾਂ ਕਿਸੇ ਨੇ ਵੀ ਕਿਸਾਨਾਂ ਨਾਲ ਕੀਤਾ ਹੋਵੇ। ਸਰਕਾਰ ਇੰਨੀ ਢੀਠ ਹੋ ਚੁੱਕੀ ਆ ਵੀ ਜਿਹੜੇ ਸਾਡੇ ਦੇਸ਼ ਦੇ ਰਾਖੇ ਨੇ, ਜਿਹੜੇ ਕੌਮਾਂਤਰੀ ਸਰਹੱਦ ਤੇ ਬੈਠੇ ਹੈਗੇ ਆ, ਤੁਸੀਂ ਦੇਖੋ ਵੀ ਲੇਹ ਲਦਾਖ, ਜੰਮੂ ਕਸ਼ਮੀਰ ਦਾ ਏਰੀਆ ਹੋ ਗਿਆ, ਹਿਮਾਚਲ ਦਾ ਹੋ ਗਿਆ, ਜਿਹੜਾ ਤਿੱਬਤ ਨਾਲ ਬਾਰਡਰ ਲੱਗਦਾ ਆ, ਇੱਧਰ ਪੰਜਾਬ ਦਾ ਕਿੱਡਾ ਲੰਮਾ ਬਾਰਡਰ ਆ, ਉਹਨਾਂ ਨੂੰ ਸਪਲਾਈ ਰੁਕੀ ਹੋਈ ਆ। ਬਿਲਕੁਲ। ਔਰ ਸਰਕਾਰ ਨੂੰ ਉਹਨਾਂ ਜਿਹੜੇ ਦੇਸ਼ ਦੇ ਰਾਖੇ ਆ ਸਾਡੇ, ਉਹਨਾਂ ਦੀ ਵੀ ਕੋਈ ਫਿਕਰ ਨਹੀਂ ਜੀ। ਫਿਰ ਮਨੋਹਰ ਲਾਲ ਖੱਟਰ ਵਰਗੇ ਸ਼ਾਇਦ ਉਹ ਪਹਿਲੇ ਨਾਨ ਜਾਟ ਮੁੱਖ ਮੰਤਰੀ ਹੈਗੇ ਆ ਹਰਿਆਣੇ ਦੇ, ਉਹਨਾਂ ਨੂੰ ਵੀ ਅਗਰਸੈਨ ਚੌਂਕ 'ਚ ਜਿਹੜਾ ਘੇਰਿਆ ਸੀ ਕਿਸਾਨਾਂ ਨੇ, ਕਾਲੀਆਂ ਝੰਡੀਆਂ ਦਿਖਾਈਆਂ, ਨਾਅਰੇਬਾਜ਼ੀ ਕੀਤੀ, ਗੱਡੀ ਰੋਕ ਲਈ, ਕਮਾਂਡੋ ਮਸਾਂ ਉੱਥੋਂ ਕੱਢ ਕੇ ਲਿਜਾਂਦੇ ਨੇ, ਉਹਨਾਂ ਕਿਸਾਨਾਂ ਤੇ ਵੀ ਹੁਣ ਕੇਸ ਦਰਜ ਹੋਇਆ ਹੈ। ਨਹੀਂ, ਪਰ ਜੇ ਉਹਨਾਂ ਕਿਸਾਨਾਂ ਤੇ 13 ਕਿਸਾਨਾਂ ਤੇ ਇਰਾਦਾ ਕਤਲ ਜੀ ਕੇਸ ਦਰਜ ਹੋਇਆ, ਇੰਨੀ ਨਾਲ ਇਹ ਫੋਰਸ ਲਈ ਫਿਰਦੇ ਹੁੰਦੇ ਆਪਣੇ, ਉਹਦੇ 'ਚ ਵੀ ਇਰਾਦਾ ਕਤਲ ਦਾ ਕੇਸ, ਉਹ ਮੇਰੇ ਖਿਆਲ ਡੰਡੇ ਵੀ ਨਹੀਂ ਹੋਣੇ ਉਹਨਾਂ ਕੋਲ। ਤਾਂ ਬਸ ਜਿੱਦਾਂ ਭਈ ਹਾਕਮ ਹੈ ਨਾ, ਹਾਂ, ਤਾਂ ਮਤਲਬ ਤਕੜੇ ਦਾ 37 ਵੀ 100, ਤਕੜੇ ਦਾ 37 ਵੀ 100 ਧੱਕਾ ਕਰਨਾ, ਜਿਵੇਂ ਮਰਜ਼ੀ ਕਰੀ ਜਾਣ। ਹਾਂ, ਤੇ ਦੂਜੇ ਪਾਸੇ ਤੁਸੀਂ ਜਿਹੜੇ ਸ਼ਾਹ ਰਾਗ ਪੱਟੇ ਆ ਜੀ, ਲੋਕਾਂ ਦੇ ਲੰਘਦੇ ਸ਼ਾਂਤਮਈ ਅੰਦੋਲਨ ਨੂੰ ਰੋਕਣ ਲਈ ਸ਼ਾਹ ਰਾਹ ਪੱਟਣਾ ਆਪਣੇ ਆਪ 'ਚ ਇੱਕ ਜੁਰਮ ਹੈ। ਉਹਦੇ ਲਈ ਕੋਈ ਅਦਾਲਤ ਨੇ ਕੋਈ ਸੂਓ ਮੋਟੋ ਨੋਟਿਸ ਨਹੀਂ ਲਿਆ ਕਿ ਭਾਈ ਇਹਨਾਂ ਨੂੰ ਵੀ ਫੜੀਏ। ਇਹੀ ਗੱਲਾਂ ਤਾਂ ਦੇਖਣ ਵਾਲੀਆਂ ਵੀ ਅਦਾਲਤਾਂ ਨਿੱਕੀਆਂ ਮੋਟੀਆਂ ਗੱਲਾਂ ਦੇ ਤਾਂ ਸੂਓ ਮੋਟੋ ਨੋਟਿਸ ਲੈਂਦੀ ਆ, ਵੀ ਜੱਜ ਨੂੰ ਇਦਾਂ ਲੱਗਿਆ ਜਾਂ ਪੜ੍ਹ ਲਿਆ ਕਿਤੇ ਅਖਬਾਰ ਦੇ ਵਿੱਚ ਜਾਂ ਕਿਤੇ ਸੂਚਨਾ ਮਿਲਦੀ ਆ, ਤੇ ਇਹ ਤਾਂ ਜੱਗ ਜਾਰ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਜਿਹੜੀ ਆ ਸ਼ਾਹ ਰਾਹ ਸਾਡੀ ਆ, ਜੀਟੀ ਰੋਡ ਆ, ਉਹ ਪੱਟੀ ਗਈ ਹੈਗੀ ਆ ਨਾ ਜੀ। ਔਰ ਦੂਸਰਾ ਇਹ ਆ ਵੀ ਕਿਸਾਨਾਂ ਦਾ ਜਿਹੜਾ ਵਿਰੋਧ ਆ, ਉਹ ਵੀ ਹੁਣ ਤੁਸੀਂ ਦੇਖੋ ਭਈ ਕਾਰਪੋਰੇਟ ਅਦਾਰਿਆਂ ਦੇ ਦਫ਼ਤਰ, ਉਹਨਾਂ ਦੇ ਜਿਹੜੇ ਸੰਸਥਾਵਾਂ ਨੇ, ਜੀਓ ਦੇ ਖਿਲਾਫ ਇਸ ਵੇਲੇ ਪੰਜਾਬ ਦੇ ਵਿੱਚ ਇੰਨਾ ਮਤਲਬ ਲੋਕਾਂ ਦਾ ਰੋਹ ਹੈਗਾ ਵੀ ਪਿੰਡ ਪਿੰਡ ਤੋਂ ਖਬਰਾਂ ਆ ਰਹੀਆਂ। ਕਦੀ ਉਹ ਖੰਨੇ ਲਾਗੇ ਇੱਕੋ ਲਾਹਾ ਤੋਂ ਆਈ, ਪਹਿਲਾਂ ਡਗਰੂ ਤੋਂ ਆਈ ਮੋਗੇ ਲਾਗਿਓਂ ਜਿੱਥੇ ਅਡਾਨੀਆਂ ਦਾ ਸਟੋਰ ਵੀ ਹੈ, ਫਿਰ ਹੌਲੀ ਹੌਲੀ ਉਹ ਵੱਧਦਾ ਟੌੜਾ ਸਾਹਿਬ ਮਰਹੂਮ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਪਿੰਡ ਦੀ ਪੰਚਾਇਤ ਕਹਿੰਦੀ ਇੱਥੇ ਨਹੀਂ ਰਹਿਣ ਦੇਣਾ, ਕਨੈਕਸ਼ਨ ਕੱਟ ਕੇ ਤਾਲੇ ਲਾਤੇ। ਹਾਂ, ਜੀਓ ਦੇ ਤਾਂ ਟਾਵਰ ਪੱਟੀ ਜਾਂਦੇ ਲੋਕੀ। ਹਾਂਜੀ, ਫਿਰ ਇੱਧਰ ਨਸ਼ਹਿਰਾ ਮੱਝਾ ਸਿੰਘ ਜੀ ਉੱਥੇ ਪਿੰਡ ਦੀ ਪੰਚਾਇਤ ਕਹਿੰਦੀ ਵੀ ਜੀਓ ਟਾਵਰ ਸਾਡੇ ਪਿੰਡ 'ਚ ਨਹੀਂ ਦਿਸਣਾ ਚਾਹੀਦਾ, ਔਰ ਉਹਦੇ ਲਾਗੇ ਸ਼ੀਨਾ ਰੀਲ ਪਿੰਡ ਹੈਗਾ, ਉੱਥੇ ਉਹਨਾਂ ਨੇ ਜੀਓ ਟਾਵਰ ਜਿਹੜਾ ਬੰਦ ਕਰ ਦਿੱਤਾ। ਨਸ਼ਹਿਰਾ ਮੱਝਾ ਸਿੰਘ ਨੇੜੇ ਜਿਹੜਾ ਅਡਾਨੀਆਂ ਦਾ ਸੈਲੋ ਪਲਾਂਟ ਸੀਗਾ, ਉਹਨੂੰ ਤਾਲੇ ਲਾਤੇ। ਸੋ ਅਜੇ ਵੀ ਸਰਕਾਰ ਜਿਹੜੀ ਆ ਉਹ ਕਾਨੂੰਨਾਂ ਦੇ ਚੰਗੇ ਹੋਣ ਦਾ ਹੀ ਰੌਲਾ ਪਾਈ ਜਾ ਰਿਹਾ। ਰਿਲਾਇੰਸ ਵਾਲੇ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਚਿੱਠੀ ਵੀ ਲਿਖੀ ਉਹਨਾਂ ਨੇ ਜੀ ਵੀ ਭਾਈ ਸਾਡੀ ਪ੍ਰਾਪਰਟੀ ਨੂੰ ਇਹ ਨੁਕਸਾਨ ਕਰ ਰਹੇ ਆ, ਤੇ ਇਹ ਨਾ ਪੁਲਿਸ ਪ੍ਰੋਟੈਕਸ਼ਨ ਦਿਓ ਸਾਡੇ ਟਾਵਰਾਂ ਨੂੰ। ਹਾਂਜੀ, ਹੈ ਤੇ ਤੁਸੀਂ ਮਤਲਬ ਲੋਕਾਂ ਦੀਆਂ ਜ਼ਮੀਨਾਂ ਖੋਹਣ ਨੂੰ ਪਏ ਆ, ਉਹਦੀ ਕੋਈ ਪ੍ਰੋਟੈਕਸ਼ਨ ਨਹੀਂ ਜੀ। ਉਹਦਾ ਮੈਂ ਤੁਹਾਨੂੰ ਦੱਸਦਾ ਭਈ ਜਿਹੜਾ ਹੁਣ ਇਹਨਾਂ ਨੇ ਨਾ ਇੱਕ ਨਵਾਂ ਜਾਨੀ ਕਿ ਢੰਗ ਲੱਭਿਆ ਟਾਵਰਾਂ ਨੂੰ ਬਚਾਉਣ ਲਈ। ਉਹਨਾਂ ਨੇ ਕੀ ਕਿਹਾ ਭਈ ਬੱਚਿਆਂ ਦੀ ਪੜ੍ਹਾਈ ਦਾ ਵਾਸਤਾ ਖਰਾਬ ਹੋ ਰਹੀ ਹੈ, ਤੇ ਆਨਲਾਈਨ ਪੜ੍ਹਾਈ ਹੁੰਦੀ ਆ ਜੀ, ਉਹ ਖਰਾਬ ਹੋ ਰਹੀ ਆ। ਤੇ ਸਾਡੇ ਪੰਜਾਬ ਪੁਲਿਸ ਦੇ ਨਾ ਐਡੀਸ਼ਨਲ ਡੀਜੀਪੀ ਨੇ ਪਰਸੋਂ ਚੌਥ ਐਸਐਸਪੀਜ਼ ਨੂੰ ਚਿੱਠੀ ਕੱਢੀ ਆ ਭਈ ਪੁਲਿਸ ਇਮਦਾਦ ਕਰੇ, ਟਾਵਰਾਂ ਨੂੰ ਤਾਲੇ ਨਾ ਲੱਗਣ, ਤੇ ਲੋਕਾਂ ਨੂੰ ਪ੍ਰੇਰੋ ਤੁਸੀਂ ਵੀ ਤੁਹਾਡੇ ਬੱਚਿਆਂ ਦਾ ਨੁਕਸਾਨ ਹੋਣਾ ਜੀ। ਪਹਿਲੀ ਗੱਲ ਤਾਂ ਇਹ ਆ ਭਈ ਜਿਹੜਾ ਜੀਓ ਦੇ ਮਾਲਕ ਨੇ, ਉਹਨਾਂ ਦਾ ਇਹ ਨਵਾਂ ਪੈਂਤਲਾ, ਤੇ ਪੰਜਾਬ ਸਰਕਾਰ ਇੱਕ ਬੰਨੇ ਅੰਦੋਲਨ ਦੀ ਹਮਾਇਤ ਕਰ ਰਹੀ ਆ, ਤੇ ਦੂਸਰੇ ਬੰਨੇ ਲੋਕ ਰੋਹ ਨੂੰ ਇਸ ਤਰ੍ਹਾਂ ਠੱਲਣ ਦਾ ਯਤਨ ਕਰ ਰਹੀ ਆ ਜੀ ਭਈ ਹੁਣ ਪੁਲਿਸ ਵਾਲੇ ਜ਼ਿਲ੍ਹਾ ਮੁਖੀਆਂ ਨੂੰ ਜਿਹੜੇ ਉੱਪਰਲੇ ਅਫਸਰ ਆ ਉਹ ਚਿੱਠੀਆਂ ਜਾਰੀ ਕਰਨ ਜੀ। ਅੱਛਾ, ਪਿੱਛੇ ਜੇ ਨਾ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ ਸੀ ਪਹਿਲਾਂ, ਤੇ ਬੀਜੇਪੀ ਦੀ ਉਹੀ ਜਿਹੜਾ ਨਡਾਲੋਂ ਪਿੰਡ ਦੇ ਮੁੰਡੇ ਦਾ ਪੋਸਟਰ ਆਪਦੀ ਫੋਟੋ ਯੂਜ਼ ਕੀਤੀ ਹਰਪ੍ਰੀਤ ਦੀ। ਹਾਂਜੀ, ਦੂਜੀ ਇਹਨਾਂ ਦੀ ਇੱਕ ਹੋਰ ਜਿਹੜੀ ਝੂਠ ਉਹ ਸਾਹਮਣੇ ਆ ਗਿਆ। ਸਾਰੇ ਗੋਦੀ ਮੀਡੀਆ ਨੇ, ਇਹਨਾਂ ਨੇ ਸਾਰਿਆਂ ਨੇ ਇੱਕ ਭਰਮ ਪਾਤਾ ਲੋਕਾਂ 'ਚ ਵੀ ਗੁਜਰਾਤ ਦੇ ਸਿੱਖ ਕਿਸਾਨ ਜਿਹੜੇ ਆ ਨਾ, ਉਹ ਮੋਦੀ ਸਾਹਿਬ ਨੂੰ ਮਿਲ ਕੇ ਗਏ, ਕਹਿੰਦੇ ਕਾਨੂੰਨ ਬੜੇ ਵਧੀਆ ਆ। ਹੁਣ ਉਹਨਾਂ ਦੀ ਸਫਾਈ ਆ ਗਈ ਗੁਜਰਾਤ ਦੇ ਕਿਸਾਨਾਂ ਦੀ, ਉਹ ਕਹਿੰਦੇ ਬਿਲਕੁਲ ਝੂਠ ਬੋਲ ਰਹੇ ਆ, ਇਹ ਮੀਡੀਆ ਸਾਰਾ ਝੂਠ ਬੋਲ ਰਿਹਾ। ਉਹਨਾਂ ਬਾਰੇ ਵੀ ਸੁਣ ਲਓ। ਹਾਂ, ਉਹ ਤੇਜਪਾਲ ਜੀ, ਇਹਨਾਂ ਨੇ ਪਹਿਲਾਂ ਇਹ ਪ੍ਰਚਾਰ ਕੀਤਾ ਸੀ ਵੀ ਗੁਜਰਾਤ ਦੇ ਕਿਸਾਨ ਜਿਹੜੇ ਉਹ ਆਏ ਜੀ, ਬੱਲੇ ਬੱਲੇ ਫੋਟੋਆਂ ਛਪਵਾਈਆਂ ਵਾਹ ਬਾਈ, ਕਿਉਂਕਿ ਗੋਦੀ ਮੀਡੀਆ ਪ੍ਰਚਾਰ ਕਰਨ ਨੂੰ ਤਾਂ ਬਹੁਤ ਤੇਜ਼ ਆ ਨਾ। ਬਿਲਕੁਲ।
ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇਸ ਰੌਲੇ ਲਈ ਨਹੀਂ ਸੀ ਆਏ, ਅਸੀਂ ਤਾਂ ਕੋਈ ਗੁਰਦੁਆਰੇ ਸੰਬੰਧੀ ਕੋਈ ਮਾਮਲਾ ਸੀਗਾ ਉਹਦੇ ਲਈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਆ, ਉਹਨਾਂ ਦਾ ਬਿਆਨ ਆਇਆ ਹੈਗਾ। ਦੂਸਰਾ, ਉਹ ਦਿੱਲੀ ਅੰਦੋਲਨ 'ਚ ਵੀ ਸ਼ਾਮਲ ਹੋਏ ਆ ਜੀ। ਤੀਜੀ ਗੱਲ ਇਹ ਆ ਵੀ ਉਹ ਕਹਿੰਦੇ ਆ ਸਾਡੇ ਤੇ ਤਾਂ ਪਹਿਲਾਂ ਹੀ ਲੈਂਡ ਸੀਲਿੰਗ ਇਹਨਾਂ ਨੇ ਲਾਗੂ ਕੀਤੀ ਹੋਈ ਆ ਗੁਜਰਾਤ ਦੇ ਵਿੱਚ, ਸਾਨੂੰ ਉਜਾੜ ਰਹੇ ਆ, ਗਾਹੇ ਬਗਾਹੇ ਉਹਨਾਂ ਤੇ ਹਮਲੇ ਵੀ ਹੁੰਦੇ ਨੇ। ਜਿਹੜੀ ਮੁੰਬਈ ਹਾਈ ਕੋਰਟ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਕਹਿੰਦੇ ਸਾਡੇ ਫੈਸਲਾ ਦੇ ਚੁੱਕੀ ਆ ਜ਼ਮੀਨਾਂ ਲਈ। ਬਿਲਕੁਲ ਭਈ ਲੈਂਡ ਸੀਲਿੰਗ ਦੇ ਨਾਲ ਕੀ ਆ ਵੀ ਨਾ ਤਾਂ ਉਹ ਵੇਚ ਸਕਦੇ ਆ, ਨਾ ਉਹਦੇ ਤੇ ਕਰਜ਼ਾ ਲੈ ਸਕਦੇ ਆ। ਆਪਾਂ ਪਹਿਲਾਂ ਵੀ ਕਦੀ ਸ਼ਾਇਦ ਇਸ ਗੱਲ ਦਾ ਜ਼ਿਕਰ ਕੀਤਾ ਸੀ। ਬਿਲਕੁਲ। ਤੇ ਜਿਹੜੀ ਗੁਜਰਾਤ ਸਰਕਾਰ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਗਈ ਹੋਈ ਆ ਜੀ। ਸੋ ਹੁਣ ਉਹਨਾਂ ਨੇ ਉਹ ਵੀ ਇਹਨਾਂ ਦਾ ਪੋਲ ਖੋਲ ਦਿੱਤਾ ਵੀ ਉਹ ਤਾਂ ਗੱਲ ਹੀ ਹੋਰ ਸੀਗੀ ਜੀ। ਸੋ ਗੋਦੀ ਮੀਡੀਆ ਜਿੰਨਾ ਕੁ ਝੂਠ ਬੋਲਵੇ ਉਨਾ ਹੀ ਘੱਟ ਆ। ਅੱਛਾ, ਸਰਕਾਰ ਨਾਲ ਕਹਿਣੋਂ ਨਹੀਂ ਹਟ ਰਹੀ। ਲੋਕਾਂ ਨੂੰ ਕਿਸਾਨ ਏਕਤਾ ਮੋਰਚੇ ਦੀਆਂ ਪੋਸਟਾਂ ਦੇਖਣੀਆਂ ਚਾਹੀਦੀਆਂ। ਹਾਂ, ਅੱਛਾ ਨਾ, ਸਰਕਾਰ ਹਾਲੇ ਵੀ ਕਹਿਣੋਂ ਨਹੀਂ ਹਟ ਰਹੀ, ਕਹਿੰਦੀ ਇਹ ਕਾਨੂੰਨ ਬੜੇ ਵਧੀਆ ਆ। ਹਾਂਜੀ, ਹੁਣ ਲੋਕੀ ਪੁੱਛ ਰਹੇ ਆ ਵੀ ਭਾਈ ਜੇ ਕਾਨੂੰਨ ਇੰਨੇ ਵਧੀਆ ਆ, ਹਾਂਜੀ, ਤੇ ਕਾਫਲੇ ਏਡੇ ਵੱਧਦੇ ਕਿਉਂ ਜਾ ਰਹੇ ਆ? ਅੰਦੋਲਨ 'ਚ ਇੰਨੇ ਲੋਕੀ ਕਿਉਂ, ਪੂਰੀ ਦੀ ਪੂਰੀ ਸਟੇਟ ਉੱਠ ਕੇ ਲੋਕਾਂ ਦੇ ਕਾਫਲੇ ਆ ਰਹੇ ਆ? ਜੇ ਇੰਨੇ ਵਧੀਆ ਆ ਤੇ ਫਿਰ ਕਾਹਤੇ ਲੋਕੀ ਆ ਰਹੇ ਆ ਜੀ? ਅੱਜ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਕੁਲਬੀਰ ਗੋਜਰਾ ਹੋਰੀ ਜੀ, ਉਹਨਾਂ ਨੇ ਆਪਣੀ ਵਾਲ ਤੇ ਇੱਕ ਪੋਸਟ ਪਾਈ ਸੀ, ਕਹਿੰਦੇ ਭਈ ਜੇ ਕਰੋਨਾ ਦੇ ਡਰ ਤੇ ਕਾਬੂ ਪਾਉਣਾ ਤੇ ਟਿਕਰੀ, ਗਾਜ਼ੀਪੁਰ, ਸਿੰਘੂ ਬਾਰਡਰ ਤੇ ਜਾਓ। ਭਈ ਇਮਿਊਨਿਟੀ ਆਪਣੀ ਵਧਾਉਣੀ ਆ, ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣੀ ਆ ਤੇ ਉਹ ਉੱਥੇ ਜਾਓ, ਠੀਕ ਹੈ, ਉਸ ਅੰਦੋਲਨ ਵਿੱਚ ਸ਼ਾਮਲ ਹੋਵੋ। ਸੋ ਇਸ ਵੇਲੇ ਜੇ ਉਹ ਕਾਨੂੰਨ ਠੀਕ ਹੁੰਦੇ ਤਾਂ ਨਿਤ ਦਿਨ ਕਾਫਲੇ ਵਹੀਰਾਂ ਘੱਤ ਕੇ ਦਿੱਲੀ ਨੂੰ ਨਾ ਜਾਂਦੇ ਜੀ। ਸੋ ਇਸ ਕਰਕੇ ਜ਼ਰੂਰ ਜਿਹੜੇ ਆ ਉਹ ਉਹਨਾਂ ਦੇ ਵਿੱਚ ਗੜਬੜ ਆ। ਉਹ ਬਿਲਕੁਲ ਕਿਸਾਨਾਂ ਦਾ, ਕਿਰਤੀਆਂ ਦਾ ਗਲ ਘੁੱਟਣ ਵਾਲੇ ਕਾਨੂੰਨ ਨੇ। ਇਸੇ ਕਰਕੇ ਨਿਤ ਦਿਨ ਰੋਹ ਵੱਧਦਾ ਜਾਂਦਾ ਤੇ ਲੋਕ ਦਾ ਜਿਹੜਾ ਕਾਫਲਾ ਉਹ ਵੀ ਵੱਡਾ ਹੁੰਦਾ ਜਾ ਰਿਹਾ। ਤੇ ਖੇਤੀ ਮੰਤਰੀ, ਜਿਹੜੇ ਕੇਂਦਰੀ ਖੇਤੀ ਮੰਤਰੀ ਆ ਤੋਮਰ ਸਾਹਿਬ ਜੀ, ਉਹ ਕਹਿੰਦੇ ਆ ਵੀ ਅਸੀਂ ਸਰਕਾਰ ਜਿਹੜੀ ਆ ਸਾਡੀ ਉਹ ਕਿਸਾਨਾਂ ਦੀ ਇਦਾਂ ਹੀ ਭਲਾਈ ਗਾਹਾਂ ਵੀ ਜਾਰੀ ਰੱਖੂਗੀ। ਤੇ ਲੋਕੀ ਅੱਗੋਂ ਕਹਿੰਦੇ ਆ ਭਾਈ ਹੁਣ ਤੁਸੀਂ ਇਹ ਕਾਨੂੰਨ ਲੈ ਆਓ ਵੀ ਭਾਈ ਤੁਹਾਨੂੰ 3 ਰੋਟੀਆਂ ਮਿਲਿਆ ਕਰਨੀਆਂ, ਗਿਣ ਕੇ ਰੋਟੀ ਖਾਣ ਦਾ ਕਾਨੂੰਨ ਹੁਣ ਤਾਂ ਲਾਗੂ ਕਰ ਦਿਓ। ਹੁਣ ਤਾਂ ਤੁਸੀਂ ਇਹ ਹੀ ਰਹਿ ਗਿਆ ਭਈ ਆ ਇੰਨੀਆਂ ਤੁਸੀਂ ਰੋਟੀਆਂ ਖਾਣੀਆਂ ਦਿਨ ਦੇ ਵਿੱਚ, ਇੰਨਾ ਪਾਣੀ ਪੀਣਾ, ਆ ਤੁਸੀਂ ਬੋਲਣਾ ਜੋ RSS ਕਹਿੰਦੀ ਆ, ਜੋ ਭਾਜਪਾ ਕਹਿੰਦੀ ਆ, ਭਈ ਆ ਤੁਸੀਂ ਸੁਣਨਾ, ਆ ਤੁਸੀਂ ਪੜ੍ਹਨਾ ਤੇ ਆ ਤੁਸੀਂ ਬੋਲਣਾ ਜੀ। ਸੋ ਹੁਣ ਇਹੀ ਬਾਕੀ ਰਹਿ ਗਿਆ ਹੈਗਾ ਜੀ। ਅੱਛਾ, ਆਪਣੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਜਿਨ੍ਹਾਂ ਨੂੰ ਆਪਾਂ ਸਾਰੇ ਪੰਜਾਬੀ ਬੜੇ ਸਤਿਕਾਰ ਨਾਲ ਦੇਖਦੇ ਹਾਂ ਜੀ, ਜਦੋਂ ਪੰਜਾਬ ਦਾ ਮੋਰਚਾ ਸੀ ਉਦੋਂ ਉਹਨਾਂ ਨੇ ਭੁੱਖ ਹੜਤਾਲ ਕੀਤੀ ਔਰ ਆਪਣੇ ਭੁੱਖ ਹੜਤਾਲ ਤੋਂ ਪਿੱਛੇ ਨਹੀਂ ਹਟੇ ਔਰ ਜਾਨ ਦਿੱਤੀ ਜੀ। ਬਾਕੀ ਤਾਂ ਸਾਰੇ ਗੱਲਾਂ ਗੁੱਲਾਂ ਕਰਕੇ ਅੱਜ ਜਿਹੜੇ ਵੱਡੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਪ ਨੂੰ ਸ਼ੋਅ ਕਰਦੇ, ਉਹਨੇ ਕੱਖ ਨਹੀਂ ਕੀਤਾ ਅੱਜ ਤੱਕ ਪੰਜਾਬ ਲਈ, ਪਰ ਉਹਨਾਂ ਨੇ ਜਾਨ ਦਿੱਤੀ ਆਪਣੀ। ਹਾਂਜੀ, ਹੁਣ ਉਹਨਾਂ ਦਾ ਪੋਤਰਾ ਉਹ ਵੀ ਕਹਿੰਦੇ ਭੁੱਖ ਹੜਤਾਲ ਤੇ ਬੈਠ ਗਏ। ਹਾਂਜੀ, ਬਿਨਾਂ ਸ਼ੱਕ ਜੀ ਮਹੰਤ ਜਸਵੀਰ ਸਿੰਘ ਹੋਰੀ ਜਿਹੜੇ ਨੇ ਉਹ ਉੱਥੇ ਭੁੱਖ ਹੜਤਾਲ ਉਹਨਾਂ ਨੇ ਸ਼ੁਰੂ ਕੀਤੀ ਹੈਗੀ ਆ ਤੇ ਉਹ ਆਪਣੇ ਦਾਦੇ ਵਰਗੇ ਹੀ ਜਿਹੜੇ ਆ ਉਹ ਸੋਚ ਰੱਖਦੇ ਨੇ। ਤੁਸੀਂ ਦੇਖੋ ਭਈ ਕਿੰਨਾ ਅਰਸਾ ਹੋ ਗਿਆ, 27 ਅਕਤੂਬਰ 69 ਦੀਆਂ ਗੱਲਾਂ ਨੇ, 74 ਦਿਨ ਉਹਨਾਂ ਨੇ ਵਰਤ ਰੱਖਿਆ, ਮਰਨ ਵਰਤ। ਔਰ ਉਹਨਾਂ ਨੇ ਕਿਉਂਕਿ ਉਦੋਂ ਸੰਤ ਫਤਿਹ ਸਿੰਘ ਹੋਰੀ ਅਰਦਾਸ ਕਰਕੇ ਪਿੱਛੇ ਹਟ ਗਏ ਸੀ ਤੇ ਮਰਨ ਵਰਤ ਆਪਣਾ ਤੋੜ ਦਿੱਤਾ ਸੀ। ਬਿਲਕੁਲ, ਉਹ ਕਹਿੰਦੇ ਸੀ ਫਿਰ ਦਰਸ਼ਨ ਸਿੰਘ ਫੇਰੂਮਾਨ ਰੱਖਦੇ ਨੇ ਤੇ ਉਹਨਾਂ ਨੇ ਆਪਣਾ ਬਚਨ ਪਕਾਇਆ, ਅਰਦਾਸ ਤੇ ਫੁੱਲ ਚੜਾਏ ਤੇ 74 ਦਿਨ ਭੁੱਖੇ ਰਹਿ ਕੇ ਆਪਣੀ ਪ੍ਰਾਣ ਤਿਆਗ ਦਿੱਤੇ ਸੀ ਜੀ। ਤਾਂ 69 ਤੋਂ ਬਾਅਦ ਕਿੰਨਾ ਅਰਸਾ ਹੋ ਗਿਆ ਔਰ ਉਹ ਝੁਕੇ ਨਹੀਂ ਸੀ, ਕਿਉਂਕਿ ਪੰਜਾਬੀ ਸੂਬਾ ਤਾਂ ਬਣ ਗਿਆ ਸੀ ਜੀ। ਉਹਨਾਂ ਨੇ ਜਿਹੜੀਆਂ ਰਹਿੰਦੀਆਂ ਮੰਗਾਂ ਸੀ ਵੀ ਚੰਡੀਗੜ੍ਹ ਨੂੰ ਪੰਜਾਬ 'ਚ ਸ਼ਾਮਲ ਕਰੋ ਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਉਹ ਪੰਜਾਬ ਦੇ ਵਿੱਚ ਸ਼ਾਮਲ ਕਰੋ। ਤਾਂ ਅੱਜ ਉਹਨਾਂ ਦਾ ਪੋਤਰਾ ਜੇ ਉੱਥੇ ਭੁੱਖ ਹੜਤਾਲ ਤੇ ਬੈਠਦਾ, ਮਰਨ ਵਰਤ ਤੇ ਬੈਠਦਾ, ਤਾਂ ਉਹਦੇ ਅਰਥ ਗੰਭੀਰਤਾ ਨਾਲ ਸਾਨੂੰ ਲੈਣੇ ਚਾਹੀਦੇ ਆ। ਉਹਨੂੰ ਗੰਭੀਰਤਾ ਨਾਲ ਸਰਕਾਰਾਂ ਨੂੰ ਲੈਣਾ ਚਾਹੀਦਾ, ਉਹ ਕੋਈ ਛੋਟੀ ਗੱਲ ਨਹੀਂ। ਬਿਲਕੁਲ। ਦੂਸਰਾ, ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਆਪਾਂ, ਫੇਰੂਮਾਨ ਹੋਰਾਂ ਨਾਲ ਜੋੜ ਕੇ ਉਹਨਾਂ ਦੀ ਸ਼ਹਾਦਤ ਨਾਲ, ਭਈ ਉਹਨਾਂ ਦਾ ਟੱਬਰ ਜਿਹੜਾ ਆ, ਪਰਿਵਾਰ, ਫੇਰੂਮਾਨ ਪਿੰਡ ਜਿਹੜਾ ਆਪਣੇ GT ਰੋਡ ਹੈ, ਰਈਏ ਤੋਂ ਹਟਮਾ ਥੋੜਾ ਪੈਂਦਾ, 2-3 ਕਿਲੋਮੀਟਰ ਤੇ ਫੇਰੂਮਾਨ, ਇੱਧਰੋਂ ਜੇ ਜਲੰਧਰ ਵਾਲੇ ਪਾਸਿਓਂ ਜਾਂਦੇ ਖੱਬੇ ਹੱਥ ਪੈਂਦਾ ਜੀ। ਤਾਂ ਉਹ ਪਰਿਵਾਰ ਉਹਨਾਂ ਦੀ ਬਰਸੀ ਮਨਾਉਂਦਾ ਹੈਗਾ
ਕੁਛ ਸਮਾਂ ਜਿਹੜੀ ਸਰਕਾਰਾਂ ਜਾਂ ਸਿਆਸੀ ਪਾਰਟੀਆਂ, ਖਾਸ ਕਰਕੇ ਅਕਾਲੀ ਦਲ ਤੇ ਕਾਂਗਰਸ ਵਾਲੇ, ਇਹ ਉੱਥੇ ਜਾਂਦੇ ਸੀ ਬਰਸੀ ਦੇ ਉੱਤੇ, ਇਹਨਾਂ ਦੇ ਲੀਡਰ, ਪਰ ਸਟੇਜਾਂ ਵੱਖ-ਵੱਖ ਲਾਉਂਦੇ ਸੀ। ਤਾਂ ਹੁਣ ਉੱਥੇ ਨਹੀਂ ਜਾਂਦੇ ਇਹ ਪਿਛਲੇ ਕਾਫੀ ਅਰਸੇ ਤੋਂ। 16 ਦੇ ਗੱਲ ਹੈਗੀ ਆ, ਜਦੋਂ ਸ਼ਾਇਦ ਉਹਨਾਂ ਦੀ 49ਵੀਂ 50ਵੀਂ ਬਰਸੀ ਸੀਗੀ, ਤਾਂ ਉਹਨਾਂ ਦਾ ਪੋਤਰਾ 28 ਕੁ ਸਾਲਾਂ ਦਾ ਨਵਤੇਜ ਸਿੰਘ ਉੱਥੇ ਜਾਂਦਾ। ਪਹਿਲਾਂ ਤਾਂ ਉਸ ਤੋਂ ਪਹਿਲਾਂ ਉਹ ਕਦੀ ਵੱਡੇ ਬਾਦਲ ਜਿਹੜੇ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਕੋਲ ਜਾਂਦੇ ਸੀ ਵੀ ਉੱਥੇ ਤੁਸੀਂ ਆਓ ਜੀ। ਉਹ ਕਹਿੰਦੇ ਜੀ ਸਾਡੀ ਤਬੀਅਤ ਨਹੀਂ ਠੀਕ, ਇਸ ਕਰਕੇ ਅਸੀਂ ਨਹੀਂ ਜਾ ਸਕਦੇ। ਉਹ ਜਿੱਥੇ ਉਹਨਾਂ ਨੂੰ ਮਤਲਬ ਲੋੜ ਮਹਿਸੂਸ ਹੁੰਦੀ ਉੱਥੇ ਜਾਂਦੇ ਆ, ਜਿੱਥੇ ਕੋਈ ਸਿਆਸੀ ਮਫਾਦ ਉਹਨਾਂ ਨੂੰ ਦਿਸਦਾ ਹੈਗਾ। ਮੈਂ ਕਹਿੰਦਾ ਅੱਜ ਇਲੈਕਸ਼ਨ ਅਨਾਉਂਸ ਕਰ ਦਿਓ, ਇਹਨਾਂ ਦੀ ਤਬੀਅਤ ਸਾਹਿਬ ਠੀਕ ਹੋਣਗੀਆਂ, ਸਟੇਜ ਤੇ ਖੜ ਜਾਣਾ ਜਾ ਕੇ ਬਾਦਲ ਸਾਹਿਬ। ਹਾਲੇ ਤਾਜ਼ੇ ਫੁੱਲ ਬਾਡੀ ਚੈੱਕਅਪ ਕਰਵਾ ਕੇ ਹਟੇ ਆ PGI ਤੋਂ, ਤਾਂ ਫਿਰ ਡਿਪਟੀ CM ਨੂੰ ਮਿਲਣ ਆਉਂਦੇ ਆ 16 ਦੇ ਵਿੱਚ ਉਹਨਾਂ ਦਾ ਪੁੱਤਰਾ, ਤਾਂ ਬੈਰੀਕੇਡ ਤੋਂ ਪੁਲਿਸ ਭਜਾ ਦਿੰਦੀ ਆ ਨਵਤੇਜ ਸਿੰਘ ਨੂੰ। ਤੁਸੀਂ ਦੇਖੋ ਵੀ ਜਿਹਨੇ ਪੰਜਾਬ ਲਈ ਕੁਰਬਾਨੀ ਦਿੱਤੀ ਹੋਵੇ, ਪੰਜਾਬ ਦੇ ਹੱਕ ਮੰਗਦੇ ਆਪਣੇ ਜਾਨ ਦੇਤੀ ਹੋਵੇ, ਉਸ ਬੰਦੇ ਦੇ ਪੁੱਤਾਂ ਪੋਤਰਿਆਂ ਨਾਲ ਇਹ ਸਰਕਾਰਾਂ ਕਿਹੋ ਜਿਹਾ ਵੀਰਾ ਕਰਦੀਆਂ ਵੀ ਤੁਸੀਂ ਡਿਪਟੀ CM ਨੂੰ ਨਹੀਂ ਮਿਲ ਸਕਦੇ। ਆਪਣੇ ਪੁੱਤ ਨੂੰ ਡਿਪਟੀ CM ਬਣਾਇਆ ਆ, ਆਪਣੇ ਪੁੱਤ ਨੂੰ ਨਾਲੇ ਡਿਪਟੀ CM ਬਣਾਇਆ ਹੈਗਾ ਜੀ। ਅੱਛਾ, ਦੂਜੇ ਪਾਸੇ ਹੁਣ ਕਾਂਗਰਸ ਉਹ ਵੀ ਮਾਰਚ ਕੱਢਿਆ ਕੱਲ ਉਹ ਨਹੀਂ, ਤੇ ਕਹਿੰਦੇ 2 ਕਰੋੜ ਸਾਈਨ ਕੀਤਾ ਮੈਮੋਰੈਂਡਮ ਰਾਸ਼ਟਰਪਤੀ ਨੂੰ ਦਿੱਤਾ। ਪਹਿਲਾਂ ਤੇ ਸੋਫੇ ਲਾ ਕੇ, ਉਹ ਵੀ ਟਰੈਕਟਰ ਤੇ ਸੋਫਾ ਲਾ ਕੇ ਘੁੰਮਦੇ ਹੀ, ਹੁਣ ਕਹਿੰਦੇ ਕੱਲ ਮਾਰਚ ਕਰਕੇ ਗਏ ਆ। ਰਾਹੁਲ ਗਾਂਧੀ ਹੋਰੀ ਗਏ ਆ, ਹੋਰ ਜਿਹੜੇ ਸੀਨੀਅਰ ਆਗੂ ਨੇ ਉਹ ਗਏ ਆ। ਤਾਂ ਇਹਨਾਂ ਨੇ ਬੀਬੀ ਪਰਨੀਤ ਕੌਰ ਹੋਰੀ, ਸੁਨੀਲ ਜਾਖੜ ਹੋਰੀ, ਇਹ ਸਾਰੇ ਉਹਦੇ ਵਿੱਚ ਸ਼ਾਮਲ ਸੀਗੇ ਜੀ। ਤਾਂ ਜਦੋਂ ਤੁਸੀਂ ਦੇਖੋ ਵੀ ਹੁਣ ਮੈਨੂੰ ਇੱਦਾਂ ਲੱਗਦਾ ਵੀ ਕਾਂਗਰਸ ਦੀ ਲੋੜ ਬਣ ਗਈ ਹੈਗੀ ਆ ਇਸ ਵੇਲੇ। ਜਿਹੜਾ ਕਿਸਾਨ ਅੰਦੋਲਨ ਆ ਉਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਾਸ਼ੀਏ ਤੇ ਧੱਕ ਦਿੱਤਾ, ਬਿਲਕੁਲ। ਔਰ ਇੱਕ ਨਵਾਂ ਇਤਿਹਾਸ ਦਿੱਲੀ ਦੇ ਵਿੱਚ, ਦਿੱਲੀ ਦੀਆਂ ਬਰੂਹਾਂ ਤੇ ਸਿਰਜਿਆ ਜਾ ਰਿਹਾ ਹੈਗਾ। ਸੋ ਇਹ ਕੋਈ ਨਾ ਕੋਈ ਜਿੱਦਾਂ ਯਤਨ ਆ, ਅੱਖੀਂ ਪੜਾਹੀ ਹੱਥ ਮਾਰ ਰਹੀਆਂ ਸਿਆਸੀ ਪਾਰਟੀਆਂ। ਮੈਂ ਤਾਂ ਇਹਨੂੰ ਇਹੀ ਕਹਾਂਗਾ। ਤਾਂ ਇਹਨਾਂ ਦਾ, ਕਿਉਂਕਿ ਅੱਜ ਤੱਕ ਤਾਂ ਇਹਨਾਂ ਨੇ ਕੋਈ ਭਲਾ ਕੀਤਾ ਨਹੀਂ ਲੋਕਾਈ ਦਾ, ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਕੋਈ ਆਸ ਵੀ ਨਹੀਂ ਰੱਖੀ ਜਾ ਸਕਦੀ ਹੈਗੀ। ਤਾਂ ਹਾਂ, ਇਹਨਾਂ ਨੇ ਜ਼ਰੂਰ ਕਿਹਾ ਵੀ ਕਿਸਾਨਾਂ ਦਾ ਸੰਘਰਸ਼ ਜਿਹੜੇ ਕੈਪਟਨ ਸਾਹਿਬ ਨੇ ਉਹ ਕਹਿੰਦੇ ਵੀ ਇਹਨਾਂ ਦਾ ਸੰਘਰਸ਼ ਜਿਹੜਾ ਉਹ ਸਿਆਸੀ ਨਹੀਂ ਗਾ, ਤੇ ਇਸ ਕਰਕੇ ਵਿਰੋਧੀ ਧਿਰਾਂ ਸੌੜੀ ਸਿਆਸਤ ਨਾ ਕਰਨ। ਸਿਆਸਤ ਤਾਂ ਕਾਂਗਰਸ ਵੀ ਕਰ ਰਹੀ ਹੈ, ਸਿਆਸਤ ਤਾਂ ਕੈਪਟਨ ਸਾਹਿਬ ਵੀ ਕਰ ਰਹੇ ਨੇ। ਜੀ। ਵੈਸੇ ਇਸ ਅੰਦੋਲਨ ਨੇ ਇਹ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਸਿਆਸਤ ਵਾਲੀ ਬਿੱਲੀ ਸੀ ਉਹ ਛਿੱਕਿਓਂ ਬਾਹਰ ਨਹੀਂ ਕੱਢਤੀ, ਬਿਲਕੁਲ ਕੱਢੀ ਆ। ਔਰ ਇਹਨਾਂ ਨੂੰ ਇਹ ਕਿਸੇ ਥਾਂ ਜੋਗੇ ਨਹੀਂ ਰਹੇ ਜੀ। ਤਾਂ ਜਿਹੜੇ ਤੁਸੀਂ ਦੇਖੋ, ਅਕਾਲੀ ਕਿਸੇ ਨੂੰ ਸਟੇਜ ਤੇ ਨਹੀਂ ਚੜ੍ਹਨ ਦਿੱਤਾ ਅੱਜ ਤੱਕ, ਕਿਸੇ ਨੂੰ ਬੋਲਣ ਨਹੀਂ ਦਿੱਤਾ, ਕਿਸੇ ਸਿਆਸੀ ਧਿਰ ਨੂੰ ਵੀ ਉਹਨਾਂ ਦੇ ਨੇੜੇ ਲਾਇਆ ਜੀ। ਠੀਕ ਹੈ ਜੀ। ਸਮਾਂ ਹੋ ਰਿਹਾ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਖਬਰ ਵੱਲ। ਸੱਤੀ ਸਾਹਿਬ, ਇੱਕ ਪਾਸੇ ਤਾਂ ਲੱਖਾਂ ਕਿਸਾਨ ਨੇ ਜਿਹੜੇ ਬਾਰਡਰਾਂ ਤੇ ਬੈਠੇ ਆ ਜੀ, ਦੂਜੇ ਪਾਸੇ BJP ਵਾਲੇ ਕੱਲ ਦਿੱਲੀ ਜਲ ਬੋਰਡ ਕਹਿੰਦੇ ਦਿੱਲੀ ਵਾਲਿਆਂ ਨੂੰ ਪਾਣੀ ਪੂਣੀ ਗਲਤ ਪਿਲਾਉਂਦੇ ਆ ਉਹ ਜੀ, ਉਹਨਾਂ ਦਾ ਉਹ ਤੋੜਨ ਲੱਗ ਪਏ ਜਾ ਕੇ ਦਫ਼ਤਰ। ਇਹਨੂੰ ਕਿੱਦਾਂ ਦੇਖਦੇ ਹੋ? ਇਹ ਅੱਤਵਾਦੀ ਲੋਕਾਂ ਨੂੰ ਦੱਸਦੇ। ਇਹ ਤਾਂ ਭਾਜਪਾ ਦਾ ਮੁੱਢ ਤੋਂ ਹੀ ਰਿਹਾ ਵੀ ਦੰਗੇ ਕਰਨੇ, ਅਫਰਾ ਤਫਰੀ ਫੈਲਾਉਣੀ, ਗੁੰਡਾਗਰਦੀ ਕਰਨੀ। ਸੋ ਇਹ ਵੀ ਮੈਂ ਇਹਨੂੰ ਗੁੰਡਾਗਰਦੀ ਕਹਾਂਗਾ। ਭਈ ਚੰਗੀ ਭਲੀ ਦਿੱਲੀ ਸਰਕਾਰ ਚੱਲ ਰਹੀ ਆ ਜੀ। ਤੁਸੀਂ ਇਸ ਵੇਲੇ ਦਿੱਲੀ 'ਚ ਜੋ ਉਹਨਾਂ ਨੇ ਕੀਤਾ, ਆਪਾਂ ਉਹਦੇ ਮਗਰ ਨਾ ਜਾਈਏ, ਤਾਂ ਸਰਕਾਰ ਚੰਗੀ ਭਲੀ ਚੱਲ ਰਹੀ ਆ। ਪਰ ਕਿਤੇ ਨਾ ਕਿਤੇ ਭਾਜਪਾ ਉਹਨੂੰ ਤੋੜਨ ਦਾ ਯਤਨ ਕਰਦੀ ਰਹਿੰਦੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਦਿੱਲੀ ਅਸੈਂਬਲੀ ਭੰਗ ਕਰੀਏ, ਕੋਈ ਨਾ ਕੋਈ ਉਹਨਾਂ ਸਿਰ ਦੋਸ਼ ਮੜੀਏ, ਉਹਨਾਂ ਦੇ ਲੂਪ ਹੋਲਸ ਉਭਾਰਦੇ ਆ। ਕਦੀ ਉਹਨਾਂ ਦੀ ਜੋ ਉਹਨਾਂ ਨੇ ਚੰਗੇ ਕੰਮ ਕੀਤੇ ਨੇ, ਚਾਹੇ ਉਹ ਸਕੂਲ ਆ, ਸੜਕਾਂ ਆ, ਹਸਪਤਾਲ ਨੇ, ਜਾਂ ਦਿੱਲੀ ਦਾ ਸਿਸਟਮ ਕਿਸੇ ਹੱਦ ਤੱਕ ਠੀਕ ਕੀਤਾ, ਉਹਦੀ ਗੱਲ ਨਹੀਂ ਕਰਨਗੇ। ਸੋ ਭਾਜਪਾ ਇੰਨੇ ਲੰਮੇ ਸਮੇਂ ਤੋਂ ਜਿਹੜਾ 1 ਮਹੀਨਾ ਦਿੱਲੀ ਜਾ ਕੇ ਬੈਠਿਆਂ ਨੂੰ ਹੋ ਗਿਆ, ਕਿਸਾਨਾਂ ਕਿਰਤੀਆਂ ਨੂੰ, ਸ਼ਾਂਤਮਈ ਅੰਦੋਲਨ ਚੱਲ ਰਿਹਾ, ਕਿਤੇ ਕੋਈ ਗੜਬੜ ਨਹੀਂ ਹੋਈ।
ਪਰ ਇਹ ਭਾਜਪਾ ਵਾਲੇ ਕਦੀ ਉਧਰਲੇ ਬੰਨੇ ਕਦੀ ਉਧਰਲੇ ਬੰਨੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਯਤਨ ਕਰਦੇ ਰਹਿੰਦੇ ਪਹਿਲਾਂ ਕੇਜਰੀਵਾਲ ਸਾਹਿਬ ਦੇ ਘਰ ਦੇ ਸੀਸੀਟੀਵੀ ਵੀ ਤੋੜਿਆ ਸੀ, ਥੋੜੇ ਦਿਨ ਹੋਏ ਆ। ਹਾਂਜੀ, ਉਦੋਂ ਮਤਲਬ ਤੁਸੀਂ ਦੇਖੋ ਇਹਨੂੰ ਹਾਲੇ ਬਹੁਤਾ ਦਿਨ ਨਹੀਂ ਹੋਏ, 2 ਹਫ਼ਤੇ ਦੀ ਗੱਲ ਨਹੀਂ ਹੈਗੀ। ਬਿਲਕੁਲ ਬਿਲਕੁਲ। ਤਾਂ ਪੁਲਿਸ ਜਿਹੜੀ ਆ ਉਹ ਕੇਸ ਵੀ ਦਰਜ ਨਹੀਂ ਕਰਦੀ, ਕਿਉਂਕਿ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੀ ਹੈਗੀ ਆ। ਸੋ ਇਸ ਕਰਕੇ ਜਿਹੜਾ ਆ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਦਹਿਸ਼ਤ ਫੈਲਾਉਣ ਵਾਲੇ ਅਨਸਰ, ਭੰਨ ਤੋੜ ਕਰਨ ਵਾਲੇ ਅਨਸਰ, ਉਹਨਾਂ ਨੂੰ ਖੁੱਲ੍ਹੀ ਛੁੱਟੀ ਭਾਜਪਾ ਦੇ ਰੱਖਦੀ ਆ। ਤਾਂ ਉਹ ਕਿਤੇ ਨਾ ਕਿਤੇ ਇਸ ਕਰਕੇ ਇਹੋ ਜਿਹੀ ਗੜਬੜ ਕਰਦੇ ਰਹਿੰਦੇ ਆ ਜੀ। ਅੱਛਾ, ਇਹਦੇ 'ਚ ਇੱਕ ਨਵਾਂ ਟ੍ਰੈਂਡ ਜਿਹੜਾ ਦੇਸ਼ 'ਚ ਅੱਜਕੱਲ੍ਹ ਚੱਲ ਰਿਹਾ ਉਹ ਇਹ ਹੈ ਵੀ ਜਿਹੜੇ ਬੰਦਿਆਂ ਤੇ ਜ਼ੁਲਮ ਹੁੰਦਾ FIR ਵੀ ਉਹਨਾਂ ਤੇ ਹੀ ਹੋ ਰਹੀ ਹੈ। ਹਾਂਜੀ, ਇਹ 'ਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਨਾ ਵੀ ਤਕੜੇ ਦਾ 70ਵੀਂ 100, ਤਾਂ ਉਹ ਫਿਰ ਮਨਾਹੀਆਂ ਕਰ ਰਹੀ ਆ ਸਰਕਾਰ ਇਸ ਵੇਲੇ ਜੀ। ਅੱਛਾ, ਇਹ ਜਿਹੜੇ ਨਵੇਂ ਖੇਤੀ ਕਾਨੂੰਨ ਆ ਜੀ, ਇਹਨਾਂ ਦਾ ਪਹਿਲਾ ਰਿਜ਼ਲਟ ਵੀ ਆ ਗਿਆ ਰਾਜਗੜ੍ਹ ਦੇ ਏਰੀਏ ਦੇ ਵਿੱਚੋਂ। ਕਹਿੰਦੇ ਕਿਸਾਨਾਂ ਨਾਲ ਕੋਈ ਠੱਗੀ ਹੋਈ। ਦਰਅਸਲ ਇਹ ਸਾਊਥ ਦੀ ਗੱਲ ਹੈਗੀ ਆ, ਸਨੌਰੀਆ, ਝਾਮਰਾ, ਰਾਜਗੜ੍ਹ ਦੇ ਇਲਾਕੇ ਦੇ ਵਿੱਚ ਇੱਕ ਕਿਸਾਨ ਆਪਣੀ ਫਸਲ ਵੇਚਦਾ ਹੈਗਾ ਜਿਹੜਾ ਆੜ੍ਹਤੀਆਂ ਨੂੰ, ਤਾਂ ਉਹਨਾਂ ਨੇ ਚੈੱਕ ਦੇ ਦਿੱਤੇ 13 ਕਿਸਾਨਾਂ ਨੂੰ 20 ਲੱਖ ਦੇ ਆਸ-ਪਾਸ ਰਕਮ ਆ, ਤੇ ਉਹ ਚੈੱਕ ਜਿਹੜੇ ਆ ਕੈਸ਼ ਨਹੀਂ ਹੁੰਦੇ। ਅੱਛਾ। ਸੋ ਇਹ ਇੱਕ ਤਰ੍ਹਾਂ ਨਾਲ ਮਤਲਬ ਮੰਡੀ ਨਹੀਂ ਗਏ, ਖੇਤਾਂ 'ਚੋਂ ਹੀ ਖਰੀਦ ਲਈ। ਖੇਤਾਂ 'ਚ ਨਵੇਂ ਕਾਨੂੰਨ ਆ ਗਏ ਨਾ। ਸੋ ਇਹ ਨਵੇਂ ਕਾਨੂੰਨਾਂ ਦੀ ਮਤਲਬ ਇੱਕ ਝਲਕ ਮਾਤਰ ਆ ਵੀ ਗਾਂ ਇੱਦਾਂ ਹੋਣਾ ਹੈਗਾ ਜੇ ਇਹ ਕਾਨੂੰਨ ਲਾਗੂ ਹੁੰਦੇ ਆ। ਅਜੇ ਤਾਂ ਆਪਾਂ ਤਾਂ ਜਿਹੜੇ ਕਿਰਤੀ ਤਾਂ ਮੰਗ ਕਰ ਰਹੇ ਆ ਨਾ ਵੀ ਲਾਗੂ ਹੀ ਨਾ ਹੋਣ, ਤੇ ਇਹ ਇੱਕ ਤਰ੍ਹਾਂ ਦੀ ਮਤਲਬ ਜੋ ਉੱਥੇ ਵਾਪਰਿਆ ਰਾਜਗੜ੍ਹ ਝਨੌਰੀਆ ਦੇ ਵਿੱਚ, ਇਹ ਉਹਦੀ ਹੀ ਝਲਕ ਮਾਤਰ ਆ। ਨਵੇਂ ਕਾਨੂੰਨ ਜਦੋਂ ਲਾਗੂ ਹੋ ਜਾਣਗੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਇਆ ਕਰਨੀਆਂ, ਔਰ ਕਿਸਾਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ, ਕਿਤੇ ਕੋਈ ਅਪੀਲ ਨਹੀਂ, ਕਿਤੇ ਕੋਈ ਦਲੀਲ ਨਹੀਂ। ਤੇ ਨਕਲੀ ਜਿਹੜੇ ਚੈੱਕ ਆ ਉਹ ਲੈ ਕੇ ਉਹ ਪੁਲਿਸ ਕੋਲ ਨਹੀਂ ਗਏ? ਉਹ ਪਰ ਪੁਲਿਸ ਨੇ ਕੇਸ ਦਰਜ ਨਹੀਂ ਨਾ ਕਰਦੀ। ਕੇਸ ਦਰਜ ਨਹੀਂ ਕਰਦੀ। ਹਾਂ, ਪੁਲਿਸ ਜਿਹੜੀ ਆ ਉਹ ਸਦਾ ਹੀ ਪੁਲਿਸ ਕਿਹਨਾਂ ਦੀ ਹੁੰਦੀ ਆ? ਪੰਜਾਬ 'ਚ ਤੁਸੀਂ ਦੇਖੋ ਵੀ ਜੇ ਹਲਕੇ ਦਾ MLA ਜਾਂ ਹਲਕੇ ਦਾ ਜਥੇਦਾਰ ਅਕਾਲੀਆਂ ਵੇਲੇ ਆਪਣੀ ਸਿਫਾਰਿਸ਼ ਕਰਕੇ SHO DSP ਲਵਾਉਂਦਾ, ਤੇ ਉਹਨੇ ਆਮ ਬੰਦੇ ਦੀ ਥੋੜ੍ਹਾ ਸੁਣਨੀ ਹੁੰਦੀ ਆ, ਉਹਨੇ ਜਿਹੜੀਆਂ ਹਾਕਮ ਧਿਰ ਹੁੰਦੀ ਉਹਨਾਂ ਦੀ ਸੁਣਨੀ ਹੁੰਦੀ ਆ। ਸੋ ਕਿਸਾਨ ਜਿਹੜੇ ਆ ਉਹ ਤਾਂ ਪਹਿਲਾਂ ਹੀ ਮਜ਼ਲੂਮ ਨੇ, ਤਾਂ ਇਸ ਕਰਕੇ ਉਹਦੇ ਵਿੱਚ ਪ੍ਰਾਵਧਾਨ ਵੀ ਇਹੋ ਜਿਹੀ ਕੋਈ ਵਿਵਸਥਾ ਵੀ ਹੈ ਨਹੀਂ, ਕੋਈ ਗਰੰਟੀ ਨਹੀਂ ਦਿੰਦੇ ਉਹ ਕਾਨੂੰਨ ਪਈ। ਘੱਟੋ ਘੱਟ ਮਤਲਬ ਜੇ ਕੋਈ ਆਪਣੇ ਵਾਅਦੇ ਤੋਂ ਮੁੱਕਰਦਾ ਹੈਗਾ, ਜਿਹੜਾ ਕੰਟਰੈਕਟ ਬੇਸ ਫਾਰਮਿੰਗ, ਠੀਕ ਹੈ, ਤਾਂ ਉਹਦੀ ਕੋਈ ਸੁਣਵਾਈ ਨਹੀਂ ਹੈਗੀ। ਸੋ ਜਿਹੜਾ ਸਫਰਰ ਆ, ਜਿਹੜਾ ਘਾਟੇ 'ਚ ਜਾਣਾ ਜਿਹਨੇ, ਉਹ ਸਦਾ ਕਿਰਤੀ ਨੇ ਜਾਣਾ ਹੈਗਾ, ਕਿਸਾਨ ਨੇ ਜਾਣਾ। ਅੱਛਾ, 328 ਸਵਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁੰਮ ਹੋ ਗਏ ਹਾਂਜੀ ਸੀਗੇ ਜੀ, ਉਹਨਾਂ ਦੇ ਵਿੱਚ ਮੈਂ ਸੁਣਿਆ ਕੋਈ ਧਿਰ ਜਿਹੜੀ ਹੈ ਉਹ ਕੋਰਟ ਗਈ ਹੈ। ਹਾਂਜੀ, ਸਦਭਾਵਨਾ ਦਲ ਹੈ ਨਾ ਜਿਹੜਾ ਜੀ, ਸਿੱਖ ਸਦਭਾਵਨਾ ਦਲ, ਉਹਦੇ ਮੁਖੀ ਬਲਦੇਵ ਸਿੰਘ ਹੋਰੀ ਜੀ, ਤੇ ਅਕਾਲ ਬੁੰਗਾ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਪਿਛਲੇ ਦਿਨੀ ਕੋਰਟ ਦੇ ਵਿੱਚ ਉਹ ਗਏ ਸੀ ਜੀ। ਉਹਨਾਂ ਨੇ ਸਥਾਨਕ ਅਦਾਲਤ ਦੇ ਵਿੱਚ ਅੰਮ੍ਰਿਤਸਰ ਇੱਕ ਪਟੀਸ਼ਨ ਦਾਇਰ ਕੀਤੀ ਸੀ ਭਈ ਪੁਲਿਸ ਨੇ ਅਜੇ ਤੱਕ ਕੁਛ ਨਹੀਂ ਕੀਤਾ ਇਸ ਮਸਲੇ ਦੇ ਵਿੱਚ, ਭਈ ਬਣਦੀ ਕਾਰਵਾਈ ਕਰੇ, ਕਿਉਂਕਿ ਪਾਵਨ ਸਰੂਪ ਗੁੰਮ ਹੋਏ ਨੇ ਜੀ। ਤਾਂ ਅਦਾਲਤ ਨੇ ਪੁਲਿਸ ਨੂੰ ਨੋਟਿਸ ਭੇਜਿਆ ਹੈਗਾ। ਇਹ ਵੱਡੀ ਗੱਲ ਆ ਇਸ ਸਾਰੇ ਦੌਰ ਦੇ ਦੌਰਾਨ, ਭਈ ਜਿਹੜਾ ਪ੍ਰਸ਼ਾਸਨ ਕੋਲੋਂ, ਪੁਲਿਸ ਪ੍ਰਸ਼ਾਸਨ ਕੋਲੋਂ ਰਿਪੋਰਟ ਮੰਗੀ ਆ ਅਦਾਲਤ ਨੇ ਵੀ ਹੁਣ ਤੱਕ ਤੁਸੀਂ ਕੀ ਕੀਤਾ ਹੈਗਾ, ਉਹ ਦੱਸੋ। ਤਾਂ ਦੂਸਰਾ ਇਹ ਆ ਵੀ 8 ਜਨਵਰੀ ਉਹਦੀ ਅਗਲੀ ਤਰੀਕ ਪਈ ਆ, ਤੇ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜੇ ਵਿਰੋਧ ਕਰਨ ਵਾਲੇ ਆ ਉਹ ਮਤਲਬ 1.5 ਮਹੀਨਾ ਪਹਿਲਾਂ ਇਹ ਸ਼ੁਰੂ ਹੋਇਆ ਕੰਮ, ਤੇ ਹੁਣ ਵੀ ਉਹ ਹੈਰੀਟੇਜ ਸਟਰੀਟ ਜਿਹੜੀ ਆ ਦਰਬਾਰ ਸਾਹਿਬ ਦੇ ਬਾਹਰ, ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਨੇੜੇ ਲਗਾਤਾਰ ਧਰਨਾ ਪ੍ਰਦਰਸ਼ਨ ਤੇ ਬੈਠੇ ਹੋਏ ਆ ਹੋ ਰਿਹਾ। ਅੱਛਾ, ਆਪਾਂ ਨਾ ਕੇਸ ਦੀ ਗੱਲ ਕਰਦੇ ਸੀਗੇ, ਯੂਪੀ ਤੋਂ ਖਬਰ ਆਈ ਆ ਵੀ ਯੂਪੀ ਦੇ ਵਿੱਚ ਇੱਕ ਮੁਸਲਿਮ ਮੁੰਡਾ, ਕਿਸੇ ਕੋਈ ਕੁੜੀ ਸੀ ਦਲਿਤ, ਉਹਨੂੰ ਪੀਜ਼ਾ ਖਵਾਉਣ ਲੈ ਗਿਆ ਤੇ ਉਹਨੂੰ ਚੱਕ ਕੇ ਕਹਿੰਦੇ ਨਹੀਂ ਅੰਦਰ ਕਰਤਾ, ਉੱਤੇ ਕੇਸ ਕਰਤਾ। ਦੇਖੋ, ਇਹ ਸਰਕਾਰਾਂ ਦੇ ਧੱਕੇ ਨੇ। ਜਿੱਥੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਕਹਿ ਚੁੱਕੀ ਹੋਵੇ ਵੀ 2 ਬਾਲਗ ਜੇ ਕਿਤੇ ਵੀ ਸੌਂਦੇ ਬਹਿੰਦੇ ਖਾਂਦੇ ਪੀਂਦੇ ਆ ਤੇ ਕਿਸੇ ਨੂੰ ਉਹ ਤੋਂ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਸਮੇਤ ਮਾਪਿਆਂ ਦੇ, ਤਾਂ ਹੁਣ ਭਾਜਪਾ ਕੀ ਕਰਦੀ ਆ? ਉਹ ਸੂਬੇ ਆਪਣੇ ਭਾਜਪਾ ਪ੍ਰਸ਼ਾਸਿਤ ਸੂਬਿਆਂ ਦੇ ਵਿੱਚ ਕਾਨੂੰਨ ਬਣਾ ਕੇ ਉਹਨਾਂ ਨੂੰ ਲਾਗੂ ਕਰ ਰਹੀ ਆ ਫਟਾਫਟ,
ਭਈ ਆਪਣੇ ਇਹਨਾਂ ਦੇ ਪੁੱਤ ਧੀਆਂ ਜਿਹੜੇ ਆ ਉਹ ਜਿਹੜੇ ਆ ਅੰਤਰ ਧਰਮ ਵਿਆਹ ਹੋਏ ਆ, ਅੰਤਰ ਜਾਤੀ ਵਿਆਹ ਹੋਏ ਆ। ਬਿਲਕੁਲ। ਤਾਂ ਜਦੋਂ ਕਿਤੇ ਜੇ ਤਾਂ ਮੁਸਲਮਾਨਾਂ ਦਾ ਪੁੱਤ ਕੋਈ ਹਿੰਦੂਆਂ ਦੀ ਧੀ ਨੂੰ ਵਿਆਹੁੰਦਾ ਉਹ ਲਫ਼ਜ਼ਹਾਦ ਹੈਗਾ, ਤਾਂ ਜੇ ਕੋਈ ਹਿੰਦੂ ਪੁੱਤਰ ਜਿਹੜਾ ਆ ਉਹ ਮੁਸਲਮਾਨਾਂ ਦੀ ਧੀ ਨੂੰ ਵਿਆਹੁੰਦਾ ਫਿਰ ਕੋਈ ਨਹੀਂ ਕੁਝ ਕਰਦਾ ਹੈਗਾ। ਠੀਕ ਹੈ। ਸੋ ਇਹ ਬਖਰੇਵੇਂ ਅੱਜ ਦੇ ਸਮਿਆਂ ਦੇ ਵਿੱਚ ਈਵਨ ਜਿਹੜਾ ਲਖਨਊ ਹਾਈ ਕੋਰਟ ਆ ਯੂਪੀ ਦੀ, ਉਹ ਵੀ ਇਹੋ ਜਿਹਾ ਹੀ ਬਿਆਨ ਜਿਹੜਾ ਉਹ ਇਹੋ ਜਿਹਾ ਇੱਕ ਵਰਡਿਕਟ ਫੈਸਲਾ ਦੇ ਚੁੱਕੀ ਆ ਭਈ ਬਾਲਗ ਬੱਚਿਆਂ ਨੂੰ ਫਿਰਨ ਤੁਰਨ ਤੋਂ ਕੋਈ ਨਹੀਂ ਰੋਕਣ ਰੋਕ ਦੀ ਸਕਦਾ, ਕੋਈ ਤੁਕ ਨਹੀਂ ਬਣਦੀ ਜੀ। ਸੋ ਉਹਨਾਂ ਤੇ ਕੇਸ ਦਰਜ ਕਰਨਾ, ਉਹਨਾਂ ਨੂੰ ਅੰਦਰ ਕਰਨਾ ਜਾਂ ਉਹਨਾਂ ਨੂੰ ਫੜਨਾ ਜਾਂ ਫੜੋ-ਫੜੀ ਕਰਨੀ, ਇਹ ਬਿਲਕੁਲ ਕਾਨੂੰਨ ਦੇ ਉਲਟ ਗੱਲਾਂ ਹੈਗੀਆਂ ਜੀ। ਤੇ ਇਹ ਵੀ ਸਰਕਾਰ ਦਾ ਇੱਕ ਧੱਕਾ ਹੈਗਾ ਨੌਜਵਾਨਾਂ ਦੇ ਜੀ। ਆਪਣੇ ਸਮੇਂ ਦੇ ਵਿੱਚ ਬਹੁਤ ਹੀ ਮਸ਼ਹੂਰ ਸਪਿਨਰ ਹੋਏ ਨੇ ਜੀ, ਸਰਦਾਰ ਬਿਸ਼ਨ ਸਿੰਘ ਬੇਦੀ ਜੀ। ਉਹ ਅੱਜ ਕੱਲ੍ਹ ਨਾਰਾਜ਼ ਹੋਏ ਆ ਜੀ। ਕਿਹੜੀ ਗੱਲੋਂ ਹੋਏ ਆ? ਉਹ ਅਸਲ 'ਚ ਕੀ ਹੋਇਆ ਸੀ ਭਈ ਮਰਹੂਮ ਅਰੁਣ ਜੇਤਲੀ ਜਿਹੜੇ ਜੀ, ਉਹਨਾਂ ਦਾ ਬੁੱਤ ਲਾ ਰਹੇ ਆ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਆਫਿਸ ਦੇ ਵਿੱਚ। ਜੀ। ਇੱਕ ਤਰ੍ਹਾਂ ਨਾਲ ਪਹਿਲੀ ਗੱਲ ਤਾਂ ਇਹ ਆ ਵੀ ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਖਿਡਾਰੀਆਂ ਤੋਂ ਉੱਤੇ ਰੱਖਿਆ ਜਾ ਰਿਹਾ। ਹਾਂ, ਮਤਲਬ ਉਹ ਤਾਂ ਪੋਲੀਟੀਕਲ ਲੋਕ ਸੀਗੇ। ਹਾਂਜੀ। ਤੇ ਉਹ ਕਹਿੰਦੇ ਭਾਈ ਭਤੀਜਾਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ, ਇਸ ਕਰਕੇ ਰੋਸ ਵਜੋਂ ਮਹਾਨ ਮਤਲਬ ਉਹ ਸਪਿਨਰ ਹੋਏ ਆ, ਸਪਿਨਰ ਗਿਣੇ ਕ੍ਰਿਕਟ ਦੇ ਜਾਂਦੇ ਆ ਦੁਨੀਆ ਦੇ ਵਿੱਚ, ਤੇ ਰੋਸ ਵਜੋਂ ਉਹਨਾਂ ਨੇ ਉਹ ਅਸਤੀਫਾ ਦਿੱਤਾ ਹੈਗਾ। ਜੀ। ਤਾਂ ਭਾਜਪਾ ਜਿਹੜੀ ਆ ਇਸ ਵੇਲੇ ਕੇਂਦਰ ਦੀ ਸਰਕਾਰ ਉਹ ਹਰ ਬੰਨੇ ਹੀ ਦਖਲਅੰਦਾਜ਼ੀ ਕਰ ਰਹੀ ਆ, ਚਾਹੇ ਉਹ ਪੜ੍ਹਨ ਪੜ੍ਹਾਉਣ ਦਾ ਸਿਲੇਬਸ ਹੋਵੇ, ਇਤਿਹਾਸ ਬਦਲਣ ਦੀ ਕੋਸ਼ਿਸ਼ ਇਤਿਹਾਸ ਬਦਲਣ ਦੀ ਕੋਸ਼ਿਸ਼ ਵਿੱਚ ਆ। ਤੇ ਮਤਲਬ RSS ਦਾ ਏਜੰਡਾ ਹੀ ਇਹ ਆ ਵੀ ਹਿੰਦੂ ਰਾਸ਼ਟਰਵਾਦ ਬਣਾਉਣਾ। ਇਹ ਦੇਸ਼ ਇਕੱਲਾ ਹਿੰਦੂਆਂ ਦਾ ਨਹੀਂ, ਇਹ ਦੇਸ਼ ਤੁਹਾਡਾ ਸਾਡਾ ਸਾਰੇ ਧਰਮਾਂ ਦਾ ਇਹ ਇੱਕ ਵੱਖਰੇ ਵੱਖਰੇ ਫੁੱਲਾਂ ਦਾ ਗੁਲਦਸਤਾ ਆ ਇਹ ਦੇਸ਼। ਬਿਲਕੁਲ। ਤੇ ਇਹ ਇਕੱਲਾ RSS ਵਾਲਿਆਂ ਦਾ ਦੇਸ਼ ਨਹੀਂਗਾ। ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸੱਤੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।